ਸਭ ਨੇ ਅੱਧੇ ਘੰਟੇ ਤੱਕ ਕਰਮ ਦੀ ਗੱਡੀ ਦੀ ਉਡੀਕ ਕੀਤੀ, ਪਰ ਜਦੋਂ ਕਰਮ ਨਹੀਂ ਆਇਆ ਤਾਂ ਕਰਮ ਦੇ ਬਾਪੂ ਜੀ ਨੇ ਕਰਮ ਦੇ ਮਾਮਾ ਜੀ ਨੂੰ ਗੱਡੀ ਲੈ ਕਰਮ ਦੀ ਗੱਡੀ ਨੂੰ ਦੇਖਣ ਭੇਜਿਆ, ਕਿਉਂਕਿ ਉਸ ਵਕਤ ਮੋਬਾਈਲ ਫੋਨ ਹਜੇ ਇੰਨੇ ਨਹੀਂ ਸਨ ਆਏ। ਕਰਮ ਦੇ ਮਾਮਾ ਜੀ ਕਰਮ ਨੂੰ ਦੇਖਣ ਜਾਂਦੇ, ਪਰ ਉਹ ਰਸਤੇ ਵਿੱਚ ਕਿਧਰੇ ਨਾ ਮਿਲਦੇ। ਅਖੀਰ ਕਰਮ ਦੇ ਮਾਮਾ ਇਹ ਸੋਚ ਵਾਪਿਸ ਆ ਜਾਂਦੇ ਕਿ ਸ਼ਾਇਦ ਉਸ ਕਿਸੇ ਦੂਸਰੇ ਰਸਤੇ ਚਲੇ ਗਏ ਹੋਣ। ਇੱਧਰ ਮੇਰੇ ਘਰ ਸਭ ਕਰਮ ਦੇ ਆਉਣ ਦੀ ਉਡੀਕ ਕਰ ਰਹੇ ਸਨ। ਮੈਂ ਵੀ ਕਰਮ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਸਾਂ। ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਵੀ ਆ ਰਹੇ ਸਨ, ਪਰ ਕਰਮ ਦਾ ਕੀਤਾ ਵਾਅਦਾ ਵੀ ਕੰਨੀ ਵਾਰ-ਵਾਰ ਸੁਣਾਈ ਦੇ ਰਿਹਾ ਸੀ, ਜੋ ਕਿ ਉਸਨੇ ਮੇਰਾ ਹੱਥ ਫੜ ਕੀਤਾ ਸੀ ਕਿ ਉਹ ਤਿਆਰ ਰਹੇ। ਉਹ ਆਏਗਾ ਤੇ ਪੂਰੇ ਚਾਵਾਂ ਨਾਲ ਉਸਨੂੰ ਆਪਣੇ ਨਾਲ ਆਪਣੀ ਦੁਲਹਨ ਬਣਾ ਆਪਣੀ ਦੁਨੀਆ ਆਪਣੇ ਘਰ ਲੈ ਕੇ ਜਾਏਗਾ। ਐਨੇ ਨੂੰ ਕਰਮ ਦੇ ਮਾਮਾ ਜੀ ਵੀ ਆ ਗਏ। ਸਭ ਨੇ ਉਹਨਾਂ ਨੂੰ ਦੇਖ ਪੁੱਛਿਆ ਕਿ ਕਿੱਥੇ ਹੈ ਕਰਮ ਤੇ ਕਿੱਥੇ ਰਹਿ ਗਿਆ ਸੀ ਉਹ, ਪਰ ਉਸਦੇ ਮਾਮਾ ਜੀ ਕੋਲ ਕੋਈ ਜਵਾਬ ਨਹੀਂ ਸੀ। ਉਡੀਕਦੇ ਹੀ ਉਡੀਕਦੇ 2 ਘੰਟੇ ਬੀਤ ਚੁੱਕੇ ਸਨ, ਪਰ ਕਰਮ ਤੇ ਉਸਦੇ ਨਾਲ ਗੱਡੀ ਤੇ ਡਰਾਈਵਰ ਦੀ ਕੋਈ ਖਬਰਸਾਰ ਨਹੀਂ ਸੀ ਕਿ ਉਹ ਕਿੱਥੇ ਹਨ। ਮੇਰਾ ਸੋਚ ਬੁਰਾ ਹਾਲ ਸੀ। ਪਿਆਰੀ ਨੇ ਮੈਨੂੰ ਬਹੁਤ ਸੰਭਾਲਿਆ, ਪਰ ਉਸਦਾ ਖੁਦ ਦਾ ਦਿਲ ਟੁੱਟ ਚੁੱਕਾ ਸੀ। ਸੰਭਲਦੇ ਬਾਪੂ ਜੀ ਨੇ ਬਹੁਤ ਦੇਰ ਇੰਤਜ਼ਾਰ ਕਰਨ ਪਿੱਛੋਂ ਸਭ ਨੂੰ ਖਾਣਾ ਖਾਣ ਲਈ ਕਿਹਾ। ਸਭ ਨੇ ਖਾਣਾ ਖਾ ਉਡੀਕ ਕਰ ਆਪਣੇ ਘਰੀ ਮੁੜਨ ਲੱਗੇ। ਕਰਮ ਦੇ ਸਭੇ ਰਿਸ਼ਤੇਦਾਰ ਵੀ ਕਰਮ ਨੂੰ ਲੱਭਣ ਲਈ ਵਿਦਾ ਲੈ ਚੱਲ ਪਏ। ਬਰਾਤ ਵਾਪਿਸ ਜਾਂਦੇ ਦੇਖ ਪਿਆਰੀ ਤਾਂ ਫੁੱਟ ਰੋਣ ਲੱਗੀ, ਪਰ ਬਾਪੂ ਜੀ ਨੇ ਉਸਨੂੰ ਸੰਭਾਲਿਆ ਤੇ ਪਿਆਰੀ ਮਜ਼ਬੂਤ ਬਣੀ। ਆਖਿਰ ਉਸਨੇ ਮੈਨੂੰ ਵੀ ਤਾਂ ਸੰਭਾਲਣਾ ਸੀ, ਪਰ ਮੈਂ ਤਾਂ ਆਪਣੀ ਆਈ ਬਰਾਤ ਦੂਰੋਂ ਮੁੜਦੀ ਦੇਖ ਪੱਤਰ ਬਣ ਚੁੱਕੀ ਸੀ। ਟੁੱਟੀ ਨਹੀਂ ਸਾਂ ਮੈਂ, ਕਿਉਂਕਿ ਕਰਮ ਦੇ ਕੀਤੇ ਵਾਅਦੇ ਨੇ ਮੈਨੂੰ ਟੁੱਟਣ ਤੇ ਕਮਜ਼ੋਰ ਨਹੀਂ ਪੈਣ ਦਿੱਤਾ। ਭਾਵੇਂ ਬਰਾਤ ਘਰ ਦੇ ਬੂਹੇ ਤੋਂ ਆਣ ਮੁੜ ਗਈ ਸੀ, ਪਰ ਮੇਰੇ ਦਿਲ ਵਿੱਚ ਹਜੇ ਵੀ ਆਸ ਸੀ ਕਿ ਮੇਰਾ ਕਰਮ ਜ਼ਰੂਰ ਆਏਗਾ। ਕਰਮ ਦੇ ਮਾਪੇ ਵੀ ਮੁੜ ਗਏ ਘਰ। ਉਧਰ ਕਰਮ ਦੇ ਮਾਪਿਆਂ ਦੇ ਘਰ ਜਾਣ ਤੋਂ ਬਾਅਦ ਘਰ ਦੇ ਫੋਨ ਤੇ ਫੋਨ ਆਇਆ, ਜੋ ਕਿ ਕਰਮ ਦੀ ਮਾਂ ਨੇ ਚੁੱਕਿਆ, ਜਿਸ ਨੂੰ ਸੁਣ ਕਰਮ ਦੀ ਮਾਂ ਬੇਹੋਸ਼ ਹੋ ਗਿਰ ਗਈ। ਫੋਨ ਹਜੇ ਲਾਈਨ ਤੇ ਸੀ ਕਿ ਕੋਲ ਖੜੀ ਕਰਮ ਦੀ ਮਾਮੀ ਨੇ ਸੁਣੀ ਫੋਨ ਹਸਪਤਾਲ ਤੋਂ ਸੀ। ਉਧਰੋਂ ਹਸਪਤਾਲ ਤੋਂ ਕੋਈ ਲੜਕੀ ਬੋਲੀ ਕਿ ਇੱਕ ਵਿਆਹ ਵਾਲੀ ਗੱਡੀ ਦਾ ਅੱਜ ਸ਼ਹਿਰ ਐਕਸੀਡੈਂਟ ਹੋ ਗਿਆ ਸੀ, ਜਿਨ੍ਹਾਂ ਨੂੰ ਮੌਕੇ ਤੇ ਹੀ ਹਸਪਤਾਲ ਲਿਆਇਆ ਗਿਆ ਤੇ ਲੜਕੇ ਦੀ ਸਿਹਤ ਬਹੁਤ ਖਰਾਬ ਹੈ ਔਰ ਲੜਕੇ ਕੋਲੋਂ ਮਿਲੀ ਡਾਇਰੀ ਤੋਂ ਇਹ ਨੰਬਰ ਮਿਲਿਆ ਹੈ। ਕੀ ਤੁਸੀਂ ਉਹਨਾਂ ਦੇ ਘਰ ਤੋਂ ਬੋਲ ਰਹੇ ਹੋ? ਅਗਰ ਹਾਂ ਤਾਂ ਕਿਰਪਾ ਕਰ ਸ਼ਹਿਰ ਦੇ ਸਿਟੀ ਹਸਪਤਾਲ ਆ ਜਾਣ। ਮਾਮੀ ਦੇ ਵੀ 1 ਲੱਖ ਹੌਲ ਪੈ ਗਏ ਤੇ ਮਾਮੀ ਦੀਆਂ ਵੀ ਭੁੱਬਾਂ ਨਿਕਲ ਆਈਆਂ। ਤੇ ਜਦੋਂ ਕਰਮ ਦੇ ਬਾਪੂ ਜੀ ਨੇ ਪੁੱਛਿਆ ਤਾਂ ਮਾਮੀ ਨੇ ਸਭ ਦਾਸਤਾਂ ਦੱਸੀ। ਕਰਮ ਦੀ ਮਾਂ ਲਈ ਵੀ ਪਿੰਡ ਦਾ ਡਾਕਟਰ ਬੁਲਾਇਆ ਗਿਆ ਸੀ, ਉਹ ਵੀ ਆ ਚੁੱਕਾ ਸੀ। ਕਰਮ ਦੇ ਬਾਪੂ ਜੀ ਨੇ ਬਿਨਾਂ ਦੇਰ ਕੀਤੇ ਹਸਪਤਾਲ ਜਾਣ ਦੀ ਤਿਆਰੀ ਕੀਤੀ ਤੇ ਕਰਮ ਦੇ ਮਾਮੇ ਤੇ ਫੁੱਫੜ ਨੂੰ ਲੈ ਸ਼ਹਿਰ ਹਸਪਤਾਲ ਚੱਲ ਪਏ। ਜਦੋਂ ਹਸਪਤਾਲ ਜਾ ਕਰਮ ਦੇ ਬਾਪੂ ਜੀ ਨੇ ਕਰਮ ਨੂੰ ਦੇਖਿਆ ਤਾਂ ਉਹ ICU ਵਿੱਚ ਪਿਆ ਆਪਣੀਆਂ ਆਖਰੀ ਸਾਸਾਂ ਗਿਣ ਰਿਹਾ ਸੀ। ਕਰਮ ਨੂੰ ਇਸ ਹਾਲਤ ਵਿੱਚ ਦੇਖ ਉਸਦੇ ਬਾਪੂ ਜੀ ਦੇ ਵੀ ਅਥਰੂ ਵਗ ਪਏ। ਕਰਮ ਦੇ ਉਹ ਬਾਪੂ ਜੀ, ਜੋ ਕਿ ਇੱਕ ਸਖਤ ਦਿਲ ਤੇ ਸੁਭਾਅ ਦੇ ਸਨ, ਪਹਿਲੀ ਵਾਰ ਅੱਜ ਕਰਮ ਦੇ ਫੁੱਫੜ ਤੇ ਮਾਮਾ ਜੀ ਉਸਦੇ ਬਾਪੂ ਜੀ ਨੂੰ ਰੋਂਦੇ ਦੇਖ ਨਾ ਸਕੇ। ਉਹਨਾਂ ਕਰਮ ਦੇ ਬਾਪੂ ਜੀ ਨੂੰ ਸੰਭਾਲਿਆ ਤੇ ਇੱਕ ਨਜ਼ਰ ਕਰਮ ਨੂੰ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਛਾਵੇਂ ਸਵੇਰ ਦਾ ਵਕਤ ਸਾਹਮਣੇ ਆਇਆ ਕਿ ਜਦੋਂ ਕਰਮ ਸਿਹਰਾ ਬੰਨ ਤਿਆਰ ਹੋ ਘਰੋਂ ਬਰਾਤ ਲੈ ਚਾਵਾਂ ਨਾਲ ਨਿਕਲਿਆ ਸੀ। ਕਿੰਨੇ ਚਾਅ ਸਨ ਸਭ ਦੇ ਵਿਆਹ ਤੇ। ਹੁਣ ਕਰਮ ਦੀ ਇਹ ਹਾਲਤ। ਬਾਪੂ ਜੀ ਰੋ ਪਏ ਤੇ ਰੱਬ ਨੂੰ ਪੁੱਛਣ ਲੱਗੇ ਕਿ ਆਖਿਰ ਕੀ ਗੁਨਾਹ ਹੋ ਗਿਆ ਸੀ ਸਾਡੇ ਤੋਂ ਜਾਂ ਮੇਰੇ ਤੋਂ, ਜੋ ਸਾਨੂੰ ਇਹ ਦਿਨ ਦੇਖਣਾ ਪਿਆ। ਓਏ ਰੱਬਾ, ਜੇ ਮੇਰੇ ਤੋਂ ਗੁਨਾਹ ਹੋਇਆ ਤਾਂ ਉਸਦੀ ਸਜ਼ਾ ਮੈਨੂੰ ਦਿੰਦਾ, ਮੇਰੇ ਪੁੱਤ ਨੂੰ ਨਾ। ਓਏ ਰੱਬਾ, ਜੇ ਮੇਰੇ ਪੁੱਤ ਤੋਂ ਵੀ ਕੋਈ ਗੁਨਾਹ ਹੋਇਆ ਤਾਂ ਹੱਥ ਬੰਨ ਤੇਰੇ ਅੱਗੇ ਅਰਜ਼ਾ। ਓਏ ਰੱਬਾ, ਤੂੰ ਉਹਦੀ ਸਜ਼ਾ ਵੀ ਮੈਨੂੰ ਹੀ ਦੇ ਦੇ। ਨਾਲ ਹੀ ਉੱਚੀ ਰੋਣ ਲੱਗੇ। ਇੰਨੇ ਨੂੰ ਕਰਮ ਦੇ ਬਾਪੂ ਜੀ ਨੂੰ ਡਾਕਟਰ ਕਮਰੇ ਵਿੱਚ ਆ ਗਏ। ਉਹਨਾਂ ਦੱਸਿਆ ਕਿ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਕਰਮ ਦੀ ਹਾਲਤ ਵੀ ਬਹੁਤ ਸੀਰੀਅਸ ਹੈ। ਉਹ ਹਰ ਪਲ ਆਪਣੀ ਮੌਤ ਨਾਲ ਲੜ ਰਿਹਾ ਹੈ। ਕੋਈ ਐਸੀ ਬਾਤ ਹੈ ਜੋ ਉਸ ਨੂੰ ਜਿੰਦਾ ਰੱਖੀ ਬੈਠੀ ਹੈ। ਉਹ ਜੀਣਾ ਚਾਹ ਰਿਹਾ ਹੈ ਤੇ ਬਹੁਤ ਬਹਾਦਰ ਹੈ। ਤੁਹਾਡਾ ਲੜਕਾ ਮੌਤ ਨਾਲ ਵੀ ਲੜ ਰਿਹਾ ਹੈ। ਕਰਮ ਦੇ ਮਾਮਾ ਜੀ ਨੇ ਡਾਕਟਰ ਨੂੰ ਦੱਸਿਆ ਕਿ ਅੱਜ ਕਰਮ ਦਾ ਵਿਆਹ ਸੀ। ਉਹ ਤਾਂ ਚਾਵਾਂ ਤੇ ਸ਼ਗਨਾਂ ਨਾਲ ਬਰਾਤ ਲੈ ਨਿਕਲਿਆ ਸੀ। ਉਹਨਾਂ ਨੂੰ ਕੀ ਪਤਾ ਸੀ ਕਿ ਇਹ ਭਾਣਾ ਵਰਤ ਜਾਵੇਗਾ। ਵਿਆਹ ਦਾ ਨਾਮ ਸੁਣ ਹੀ ਕਰਮ ਦੇ ਬਾਪੂ ਜੀ ਨੇ ਕਿਹਾ ਕਿ ਕਰਮ ਦਾ ਵਿਆਹ ਤੇ ਕਰਮ ਦੇ ਮਾਮਾ ਜੀ ਨੂੰ ਕਿਹਾ ਕਿ ਉਹ ਸਹਿਜ ਦੇ ਘਰ ਫੋਨ ਕਰ ਦੇਣ। ਉਹ ਐਵੇਂ ਸੋਚ ਦੁਖੀ ਹੁੰਦੇ ਹੋਣਗੇ
ਤੇ ਸਹਿਜ ਉਹ ਤਾਂ ਕਰਮ ਦੇ ਆਉਣ ਦੀ ਹਜੇ ਵੀ ਰਾਹ ਦੇਖਦੀ ਹੋਣੀ। ਉਹਨਾਂ ਨੂੰ ਯਾਦ ਕਿ ਜਦੋਂ ਉਹ ਘਰੋਂ ਬਰਾਤ ਲੈ ਵਾਪਸ ਆਉਣ ਲੱਗੇ ਸਨ ਤਾਂ ਸਹਿਜ ਨੇ ਕਿਹਾ ਸੀ ਕਿ ਜਦ ਤੱਕ ਕਰਮ ਨਹੀਂ ਆਏਗਾ ਉਹ ਇੱਥੇ ਆਪਣੇ ਘਰ ਹੀ ਦੁਲਹਨ ਦੇ ਜੋੜੇ ਵਿੱਚ ਬੈਠ ਕਰਮ ਦਾ ਇੰਤਜ਼ਾਰ ਕਰੇਗੀ ਤੇ ਉਸਦੇ ਅੱਖਾਂ ਦੀ ਸੱਚਾਈ ਕਹਿ ਰਹੀ ਸੀ ਕਿ ਉਹ ਅਜੇ ਵੀ ਉਸਦੇ ਇੰਤਜ਼ਾਰ ਵਿੱਚ ਹੋਵੇਗੀ। ਕਰਮ ਦੇ ਮਾਮਾ ਜੀ ਨੇ ਸਹਿਜ ਦੇ ਘਰ ਫੋਨ ਕੀਤਾ, ਜੋ ਕਿ ਅੱਗੋਂ ਸਹਿਜ ਦੀ ਭੂਆ ਜੀ ਨੇ ਉਠਾਇਆ ਤੇ ਕਰਮ ਦੇ ਮਾਮਾ ਜੀ ਨੇ ਸਹਿਜ ਦੇ ਬਾਪੂ ਜੀ ਬਾਰੇ ਪੁੱਛਿਆ ਤਾਂ ਭੂਆ ਨੇ ਦੱਸਿਆ ਕਿ ਉਹ ਤਾਂ ਕਰਮ ਦੇ ਘਰ ਗਏ ਹਨ। ਤਾਂ ਕਰਮ ਦੇ ਮਾਮਾ ਜੀ ਨੇ ਭੂਆ ਨੂੰ ਦੱਸਿਆ ਕਿ ਕਿਵੇਂ ਕਰਮ ਦਾ ਐਕਸੀਡੈਂਟ ਹੋ ਗਿਆ ਤੇ ਕਿਸ ਹਾਲਤ ਵਿੱਚ ਉਹ ਹਸਪਤਾਲ ਵਿੱਚ ਹੈ। ਭੂਆ ਦੇ ਇਹ ਸਭ ਸੁਣਦੇ ਹੀ ਹੋਸ਼ ਉੱਡ ਗਏ ਤੇ ਫੋਨ ਸੁਣਦੇ ਹੀ ਉਹ ਬਾਹਰ ਵੱਲ ਜਾਣ ਲੱਗੇ ਕਿ ਮੈਂ ਪੁੱਛਿਆ ਕਿ ਕਿਸ ਦਾ ਫੋਨ ਸੀ। ਕਰਮ ਠੀਕ ਤਾਂ ਹੈ ਨਾ, ਕਦੋਂ ਆਏਗਾ ਉਹ ਮੈਨੂੰ ਲੈਣ? ਭੂਆ ਚੁੱਪ ਸਨ। ਮੈਂ ਪੁੱਛਿਆ ਕਿ ਭੂਆ ਬੋਲਦੇ ਕਿਉਂ ਨਹੀਂ, ਦੱਸੋ ਕਿੱਥੇ ਆ ਮੇਰਾ ਕਰਮ, ਕਦੋਂ ਆਏਗਾ, ਕਿਵੇਂ ਆ? ਤਾਂ ਭੂਆ ਨੇ ਕਿਹਾ ਕਿ ਕੁਝ ਨਹੀਂ ਹੋਇਆ, ਠੀਕ ਹੈ, ਕਰਮ ਆਏਗਾ ਜਲਦੀ ਹੀ, ਬਸ ਉਸਦੀ ਥੋੜੀ ਸਿਹਤ ਖਰਾਬ ਹੋ ਗਈ ਸੀ। ਇੰਨਾ ਆਖ ਭੂਆ ਘਰੋਂ ਬਾਹਰ ਨਿਕਲ ਆਈ ਤੇ ਗੁਆਂਢੀਆਂ ਘਰ ਵੜ ਗਈ। ਉਹਨਾਂ ਘਰ ਜਾ ਭੂਆ ਉੱਚੀ ਉੱਚੀ ਰੋਣ ਲੱਗੀ। ਇੱਧਰ ਮੈਂ ਵੀ ਘਰ ਉੱਚੀ ਉੱਚੀ ਰੌਲਾ ਪਾਉਣ ਲੱਗੀ ਕਿ ਕਿਉਂ ਨਹੀਂ ਦੱਸਦੇ, ਉਹ ਕਰਮ ਕਿਉਂ ਨਹੀਂ ਆਇਆ, ਸਿਹਤ ਕੀ ਹੋਇਆ ਉਸਨੂੰ, ਤੇ ਉਸਨੇ ਵਾਅਦਾ ਕੀਤਾ ਸੀ ਕਿ ਉਹ ਆਵੇਗਾ, ਕੋਈ ਤਾਂ ਦੱਸੋ ਕੀ ਹੋਇਆ। ਤਾਂ ਇਹ ਸੁਣ ਭੂਆ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਘਰ ਆਏ ਤੇ ਆਣ ਮੈਨੂੰ ਸੰਭਾਲਣ ਲੱਗੇ। ਪਰ ਮੇਰੇ ਤੋਂ ਅੱਜ ਭੂਆ ਨੂੰ ਵੀ ਉੱਚੀ ਆਵਾਜ਼ ਵਿੱਚ ਬੋਲ ਹੋ ਗਿਆ ਕਿ ਉਹ ਕਿਉਂ ਨਹੀਂ ਦੱਸਦੇ ਕੀ ਕਿਹਾ ਕਰਮ, ਤੇ ਘਰ ਵਾਲਿਆਂ ਨੇ ਫੋਨ ਤੇ ਤਾਂ ਗੁੱਸੇ ਵਿੱਚ ਆਣ ਭੂਆ ਨੇ ਕਹਿ ਦਿੱਤਾ ਕਿ ਕਰਮ ਜਦੋਂ ਘਰ ਬਰਾਤ ਲੈ ਨਿਕਲਿਆ ਸੀ ਤਾਂ ਰਸਤੇ ਵਿੱਚ ਉਸਦੀ ਕਾਰ ਦਾ ਐਕਸੀਡੈਂਟ ਹੋ ਗਿਆ, ਜਿਸ ਵਜ੍ਹਾ ਉਸਦੇ ਕਾਫੀ ਸੱਟਾਂ ਲੱਗੀਆਂ ਹਨ ਤੇ ਉਹ ਹਸਪਤਾਲ ਵਿੱਚ ਭਰਤੀ ਹੈ। ਨਾ ਸੁਣ ਮੈਂ ਕਹਿ ਇੱਕਦਮ ਚੁੱਪ ਕਰ ਗਈ ਤੇ ਜਾ ਆਪਣੇ ਕਮਰੇ ਅੰਦਰ ਕੁੰਡੀ ਲਗਾ ਲਈ। ਸਭ ਨੇ ਬਹੁਤ ਦਰਵਾਜ਼ੇ ਭੰਨੇ ਪਰ ਮੈਂ ਅੰਦਰ ਕੁੰਡੀ ਲਗਾ ਬੈਠੀ ਰਹੀ। ਬਾਹਰ ਸਭ ਮੈਨੂੰ ਆਵਾਜ਼ਾਂ ਦੇ ਰਹੇ ਸਨ ਦਰਵਾਜ਼ਾ ਖੋਲ੍ਹਣ ਲਈ। ਪਿਆਰੀ ਵੀ ਤਰਲੇ ਪਾ ਰਹੀ ਸੀ ਪਰ ਮੈਂ ਕਰਮ ਤੇ ਆਪਣੀਆਂ ਯਾਦਾਂ ਵਿੱਚ ਗੁੰਮ ਸਾਂ। ਮੇਰੀਆਂ ਅੱਖਾਂ ਸਾਹਮਣੇ ਕਰਮ ਦਾ ਹੀ ਚਿਹਰਾ ਘੁੰਮ ਰਿਹਾ ਸੀ ਤੇ ਉਹ ਸਭੇ ਦ੍ਰਿਸ਼ ਸਾਹਮਣੇ ਆ ਰਹੇ ਸਨ ਜਦੋਂ ਕਰਮ ਤੇ ਮੇਰਾ ਮੰਗਣਾ ਸੀ ਤੇ ਕਰਮ ਨਾਲ ਕੀਤੇ ਵਾਅਦੇ ਜੋ ਉਸਨੇ ਵਿਆਹ ਲਈ ਕੀਤੇ ਸਨ। ਕਰੀਬ ਘੰਟਾ ਸਾਰਾ ਮੈਂ ਅੰਦਰ ਬੈਠੀ ਕਰਮ ਬਾਰੇ ਸੋਚਦੀ ਰਹੀ ਕਿ ਅਖੀਰ ਮੇਰੀ ਅੱਖਾਂ ਸਾਹਮਣੇ ਇੱਕ ਦ੍ਰਿਸ਼ ਆਇਆ ਕਿ ਕਰਮ ਮੇਰੇ ਖਿਆਲਾਂ ਵਿੱਚੋਂ ਕਿਤੇ ਦੂਰ ਚਲਾ ਗਿਆ, ਜਿਸ ਨੂੰ ਸੋਚ ਮੇਰੀਆਂ ਚੀਕਾਂ ਨਿਕਲ ਗਈਆਂ। ਚੀਕਾਂ ਸੁਣ ਬਾਹਰ ਸਭ ਡਰ ਗਏ। ਪਿਆਰੀ ਦਾ ਵੀ ਰੋ ਰੋ ਬੁਰਾ ਹਾਲ ਸੀ ਪਰ ਮੈਂ ਆਪਣੇ ਗਾਂ ਵਿੱਚ ਹੀ ਸਾਂ। ਮੇਰਾ ਇਹ ਸੋਚ ਰੋ ਰੋ ਬੁਰਾ ਹਾਲ ਸੀ। ਮੈਂ ਆਪਣੇ ਗਹਿਣੇ ਕੱਪੜੇ ਫਾੜ ਫਾੜ ਸੁੱਟਣੇ ਸ਼ੁਰੂ ਕਰ ਦਿੱਤੇ। ਗਹਿਣੇ ਜੋ ਕਿ ਮੈਨੂੰ ਕਿੰਨੇ ਚਾਵਾਂ ਨਾਲ ਪਹਿਨੇ ਸਨ, ਕਿੰਨਾ ਚਾਅ ਸੀ ਮੈਨੂੰ ਵਿਆਹ ਦਾ, ਸੱਜਣ ਦਾ, ਪਰੀਆਂ ਵਾਂਗਰਾ। ਤਕਰੀਬਨ ਘੰਟਾ ਬੱਧੀ ਮੈਂ ਅੰਦਰ ਬੈਠ ਕੇ ਰੋਂਦੀ ਰਹੀ। ਫਿਰ ਪਿਆਰੀ ਨੇ ਮੇਰੇ ਮਾਮੇ ਦੇ ਮੁੰਡੇ ਨੂੰ ਆਖ ਬਾਹਰਲੀ ਕੰਧ ਦੇ ਉੱਤੋਂ ਬਣੀ ਖਿੜਕੀ ਨੂੰ ਖੁੱਲੀ ਦੇਖ, ਉੱਥੋਂ ਅੰਦਰ ਜਾ ਦਰਵਾਜ਼ਾ ਖੋਲ੍ਹਣ ਲਈ ਕਿਹਾ। ਲੋਹੇ ਦਾ ਦਰਵਾਜ਼ਾ ਸੀ, ਕਮਰੇ ਨੂੰ ਤੋੜਿਆ ਵੀ ਨਾ ਗਿਆ ਸੀ। ਅਖੀਰ ਮਾਮੇ ਦੇ ਮੁੰਡੇ ਨੇ ਖਿੜਕੀ ਰਾਹੀਂ ਅੰਦਰ ਆਣ ਦਰਵਾਜ਼ਾ ਖੋਲ੍ਹਿਆ। ਕਦੋਂ ਉਹ ਅੰਦਰ ਆਇਆ ਤੇ ਦਰਵਾਜ਼ਾ ਖੋਲ੍ਹਿਆ ਮੈਨੂੰ ਕੋਈ ਸੁਰਤ ਨਾ ਸੀ। ਪਿਆਰੀ ਭੱਜ ਕੇ ਅੰਦਰ ਵੜੀ। ਮੇਰਾ ਰੋ ਰੋ ਬੁਰਾ ਹਾਲ ਸੀ। ਪਿਆਰੀ ਨੇ ਸਭ ਤੋਂ ਪਹਿਲਾਂ ਤਾਂ ਮੇਰੇ ਅੱਧ ਲਏ ਗਹਿਣੇ ਉਤਾਰੇ ਤੇ ਦੁਪੱਟਾ ਵੀ ਜੋ ਸੂਈਆਂ ਲਗਾ ਲਗਾ ਸਿਰ ਤੇ ਸੈੱਟ ਕੀਤਾ ਹੋਇਆ ਸੀ ਉਸਨੂੰ ਚੰਗੀ ਤਰ੍ਹਾਂ ਉਤਾਰਿਆ। ਫਿਰ ਉਸਨੇ ਮੈਨੂੰ ਘੁੱਟ ਗਲ ਲੱਗ ਨਾਲ ਲਗਾਇਆ ਕਿਉਂਕਿ ਅਥਰੂ ਰੋ ਰੋ ਮੇਰੇ ਸੁੱਕ ਚੁੱਕੇ ਸਨ। ਮੇਰੀ ਪਿਆਰੀ ਦੇ ਸੀਨੇ ਲੱਗ ਚੀਕਾਂ ਨਿਕਲ ਗਈਆਂ ਕਿ ਕਿਉਂ ਰੱਬ ਨੇ ਮੇਰੇ ਨਾਲ ਇੰਜ ਕੀਤਾ, ਕਿਉਂ ਉਸਦੇ ਕਰਮ ਨੂੰ, ਕਿਉਂ? ਪਿਆਰੀ ਨੇ ਮੈਨੂੰ ਚੁੱਪ ਕਰਵਾਇਆ ਤੇ ਸੰਭਾਲਿਆ। ਸਾਡੇ ਵੀ ਬਾਕੀ ਅੱਧੇ ਰਿਸ਼ਤੇਦਾਰ ਵਾਪਸ ਘਰੀ ਮੁੜ ਚੁੱਕੇ ਸਨ। ਜਿਉਂ ਹੀ ਲੋਕਾਂ ਨੂੰ ਇਸ ਗੱਲ ਦੀ ਖਬਰ ਮਿਲੀ ਕਿ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹ ਚੁੱਕਾ, ਸਭ ਸਾਰੇ ਸਾਡੇ ਘਰੀ ਮੱਖੀਆਂ ਵਾਂਗ ਮੈਨੂੰ ਦੇਖਣ ਇੰਜ ਇਕੱਠੇ ਹੋ ਗਏ ਜਿਵੇਂ ਮੈਂ ਕੋਈ ਅਰਸ਼ੋਂ ਉਤਰੀ ਹੂਰ ਹੋਵਾਂ। ਇੰਨਾ ਤਾਂ ਉਹ ਸਵੇਰੇ ਨੂੰ ਪਰੀਆਂ ਵਾਂਗਰ ਸੱਜੀ ਨੂੰ ਦੇਖਣ ਲਈ ਇਕੱਠੇ ਨਾ ਹੋਏ ਸੀ। ਪਰ ਪਿਆਰੀ ਨੇ ਮੈਨੂੰ ਸੰਭਾਲਿਆ ਤੇ ਲੈ ਇੱਕ ਕਮਰੇ ਵਿੱਚ ਜਾ ਅੰਦਰ ਦਰਵਾਜ਼ਾ ਭੇੜ ਲਿਆ। ਪਿਆਰੀ ਨੇ ਪਹਿਲਾਂ ਮੇਰੇ ਤਨ ਤੇ ਪਾਇਆ ਲਾਲ ਸੂਹਾ ਲਹਿੰਗਾ ਜੋ ਕਿ ਮੈਂ ਚਾਵਾਂ ਨਾਲ ਪਾਇਆ ਸੀ। ਅਥਰੂ ਭਰ ਰੱਖੀ ਪਿਆਰੀ ਨੇ ਉਤਾਰਿਆ ਤੇ ਸੂਟ ਪਾਇਆ ਕਿਉਂਕਿ ਲਹਿੰਗੇ ਦਾ ਵਜ਼ਨ ਮੇਰੇ ਤੋਂ ਵੀ ਜ਼ਿਆਦਾ ਸੀ। ਪਰ ਮੈਨੂੰ ਕੋਈ ਸੁਰਤ ਨਾ ਸੀ, ਮੈਨੂੰ ਤਾਂ ਬਸ ਕਰਮ ਦਾ ਹੀ ਖਿਆਲ ਸੀ। ਆਸੇ ਪਾਸੇ ਕੀ ਹੋ ਰਿਹਾ ਸਭ ਤੋਂ ਮੈਂ ਅਣਜਾਣ ਸਾਂ। ਉਧਰੋਂ ਇੰਨੇ ਨੂੰ ਬਾਪੂ ਜੀ ਵੀ ਆ ਗਏ। ਉਹਨਾਂ ਨੂੰ ਵੀ ਕਰਮ ਦੀ ਹਾਲਤ ਬਾਰੇ ਪਤਾ ਲੱਗ ਚੁੱਕਾ ਸੀ। ਰੋਂਦੇ ਹੋਏ ਪਰ ਆਪਣੇ ਆਪ ਨੂੰ ਪੂਰਾ ਸੰਭਾਲ ਬਾਪੂ ਘਰ ਆਏ ਤੇ ਬੜੇ ਪਿਆਰ ਨਾਲ ਉਹਨਾਂ ਮੈਨੂੰ ਸੰਭਾਲਿਆ। ਜਦੋਂ ਮੈਨੂੰ ਪਤਾ ਲੱਗਾ ਕਰਮ ਦੇ ਘਰ ਬਾਪੂ ਜੀ ਗਏ ਸੀ ਤਾਂ ਮੈਂ ਹੁਣ ਉਹਨਾਂ ਤੋਂ ਕਰਮ ਦਾ ਹਾਲ ਜਾਣਨ ਲਈ ਉਤਾਵਲੀ ਸੀ।
ਬਾਪੂ ਜੀ ਨੇ ਦੱਸਿਆ ਕਿ ਕਰਮ ਹਸਪਤਾਲ ਹੈ ਤੇ ਉਹ ਘਰੋਂ ਆਏ ਹਨ। ਉਹਨਾਂ ਦੇ ਤੇ ਕੱਲ ਹਸਪਤਾਲ ਜਾਣਗੇ। ਇੰਨਾ ਸੁਣ ਹੁਣ ਮੈਂ ਵੀ ਹਸਪਤਾਲ ਕਰਮ ਨੂੰ ਦੇਖਣ ਜਾਣ ਦੀ ਬਾਪੂ ਜੀ ਅੱਗੇ ਜਿੱਦ ਕੀਤੀ। ਬਾਪੂ ਜੀ ਨੇ ਤੇ ਬਾਕੀ ਸਭ ਨੇ ਬੜਾ ਸਮਝਾਇਆ ਪਰ ਮੈਂ ਇੱਕ ਨਾ ਸੁਣੀ ਤੇ ਦੂਈ ਸਵੇਰ ਹਸਪਤਾਲ ਜਾਣ ਦੀ ਜਿੱਦ ਤੇ ਅੜੀ ਰਹੀ। ਰਾਤ ਸਭ ਦੀ ਬਿਨਾਂ ਸੁੱਤੇ ਹੀ ਲੰਘੀ। ਮੈਨੂੰ ਵੀ ਬਸ ਸਵੇਰ ਜਲਦੀ ਚੜ੍ਹਨ ਤੇ ਕਰਮ ਨੂੰ ਮਿਲਣ ਤੇ ਉਸਨੂੰ ਦੇਖਣ ਜੀ ਦੀ ਕਾਹਲੀ ਸੀ। ਸਵੇਰੇ ਮੈਂ ਜਲਦੀ ਉੱਠੀ ਤੇ ਤਿਆਰ ਹੋ ਗਈ। ਬਾਪੂ ਜੀ ਨੇ ਬੜਾ ਕਿਹਾ ਕਿ ਕੁੜੀਆਂ ਨਹੀਂ ਜਾਂਦੀਆਂ ਹਸਪਤਾਲ ਜਾਂ, ਪਰ ਮੈਂ ਵੀ ਆਪਣੀ ਜਿੱਦ ਤੇ ਅੜੀ ਰਹੀ। ਅਖੀਰ ਪਿਆਰੀ ਨੇ ਕਹਿ ਹੀ ਦਿੱਤਾ ਕਿ ਲੈ ਜਾਵੋ ਸਹਿਜ ਨੂੰ ਵੀ ਨਾਲ। ਬੜੀਆਂ ਮਿੰਨਤਾਂ ਤਰਲਿਆਂ ਬਾਅਦ ਬਾਪੂ ਜੀ ਨੇ ਮੈਨੂੰ ਨਾਲ ਲੈ ਕੇ ਜਾਣ ਨੂੰ ਮੰਨੇ ਤੇ ਮੈਂ ਬਾਪੂ ਜੀ ਤੇ ਪਿਆਰੀ ਚੱਲ ਪਏ ਸ਼ਹਿਰ ਹਸਪਤਾਲ ਵੱਲ ਨੂੰ। ਰਸਤੇ ਵਿੱਚ ਮੇਰੇ ਮਨੀ ਬਹੁਤ ਖਿਆਲ ਆ ਰਹੇ ਸਨ ਤੇ ਮੈਂ ਬੜੀਆਂ ਸੋਚਾਂ ਸੋਚ ਰਹੀ ਸੀ ਕਿ ਮੈਂ ਕਰਮ ਨਾਲ ਇਹ ਗੱਲ ਕਰਾਂਗੀ, ਉਹ ਗੱਲ ਕਰਾਂਗੀ। ਸਭ ਤੋਂ ਪਹਿਲਾਂ ਤਾਂ ਉਸਨੂੰ ਪੁੱਛਾਂਗੀ ਕਿ ਉਹ ਵਾਅਦਾ ਕਰ ਕੱਲ ਕਿਉਂ ਨਹੀਂ ਆਇਆ ਮੈਨੂੰ ਲੈਣ। ਸੋਚਦੇ ਹੀ ਸੋਚਦੇ ਮੇਰੇ ਹਸਪਤਾਲ ਆ ਗਿਆ। ਉੱਥੇ ਜਾ ਕੇ ਮੈਂ ਦੇਖਿਆ ਕਰਮ ਦੇ ਮਾਪੇ ਵੀ ਹਸਪਤਾਲ ਹੀ ਸਨ। ਮੈਂ ਸਭ ਨੂੰ ਬੁਲਾ ਕੇ ਕਰਮ ਨੂੰ ਮਿਲਣਾ ਚਾਹਿਆ ਕਿ ਇੱਕ ਡਾਕਟਰ ਇੰਨੇ ਨੂੰ ਆ ਕਹਿਣ ਲੱਗਾ ਕਿ ਕਰਮ ਕੋਲ ਇੱਕ ਵਕਤ ਸਿਰਫ 2 ਹੀ ਜਣੇ ਜਾ ਸਕਦੇ ਆ, ਉਹ ਵੀ ਬਸ ਕੁਝ ਕੁ ਪਲਾਂ ਲਈ, ਤੇ ਕਰਮ ਦੀ ਹਾਲਤ ਬਹੁਤ ਨਾਜ਼ੁਕ ਹੈ। ਇੰਨਾ ਕਹਿ ਡਾਕਟਰ ਚਲੀ ਗਈ। ਪਹਿਲਾਂ ਮੇਰੇ ਬਾਪੂ ਜੀ ਕਰਮ ਦੇ ਬਾਪੂ ਜੀ ਨਾਲ ਜਾ ਕਰਮ ਨੂੰ ਮਿਲ ਕੇ ਆਏ। ਬਾਅਦ ਵਿੱਚ ਮੈਂ, ਪਿਆਰੀ ਤੇ ਕਰਮ ਦੀ ਮੰਮੀ ਚਲੇ ਗਏ। ਮੈਂ ਜਾ ਦੇਖਿਆ ਜੋ ਉਸਨੂੰ ਦੇਖ ਮੇਰੀ ਰੂਹ ਕੰਬ ਗਈ। ਇੰਜ ਕਿਸੇ ਇਨਸਾਨ ਨੂੰ ਮੈਂ ਪਹਿਲੀ ਵਾਰ ਦੇਖਿਆ ਸੀ। ਇੱਕ ਪਲ ਲਈ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਧਰਤੀ ਫਟ ਗਈ, ਅੰਬਰੋਂ ਬਿਜਲੀ ਗਿਰੀ ਹੋਵੇ। ਮੇਰੇ ਉੱਤੇ ਕਰਮ ਦਾ ਹਾਲ ਦੇਖ। ਕਰਮ ਦੀ ਹਾਲਤ, ਕਰਮ ਦੀ ਗੱਡੀ ਦਾ ਜਦੋਂ ਐਕਸੀਡੈਂਟ ਹੋਇਆ ਤਾਂ ਤੇਲ ਲੀਕ ਹੋ ਗਿਆ ਤੇ ਕੁਝ ਹੀ ਵਕਤ ਬਾਅਦ ਗੱਡੀ ਨੂੰ ਅੱਗ ਲੱਗ ਗਈ ਸੀ, ਜਿਸ ਵਜ੍ਹਾ ਕਰਮ ਬੁਰੀ ਤਰ੍ਹਾਂ ਕਾਫੀ ਹੱਦ ਤੱਕ ਸੜ ਚੁੱਕਿਆ ਸੀ। ਧੰਨਵਾਦ ਜੀ।